गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी की कमोलक लिखत है जिसका सिरलेख है प्रेम। आओ उसका अगला भाग सरवण करने की कोशिश करिए जी। लड़ी नूं जोड़न लई पिछले भाग दियां कुछ सतरां दोबारा पढ़ियां जा रही हैं जी। भाई कन्हैया पिठ पिछे पानी की मशक लटका के रण खेतर विच ਜ਼ਖਮੀ ਸਿਪਾਹੀਆਂ ਨੂੰ ਜਲ ਛਕਾਉਂਦਾ ਸੀ। ਭਾਈ ਕਨ੍ਹੱਈਏ ਲਈ ਸਭ ਵੈਰੀ ਮੀਤ ਇੱਕ ਸਮਾਨ ਸਨ। ਭਾਈ ਕਨ੍ਹੱਈਆ ਜੀ ਨੂੰ ਸਿੱਖ ਗੁਰੂ ਜੀ ਕੋਲ ਪਕੜ ਕੇ ਲੈ ਗਏ ਤੇ ਸ਼ਿਕਾਇਤ ਕੀਤੀ ਕਿ ਤੁਹਾਡਾ ਇਹ ਸਿੱਖ ਜ਼ਖਮੀ ਮੁਗਲਾਂ ਦੀ ਵੀ ਸਹਾਇਤਾ ਕਰ ਰਿਹਾ ਹੈ। ਜਦੋਂ ਗੁਰੂ ਜੀ ਨੇ ਭਾਈ ਕਨ੍ਹੱਈਆ ਜੀ ਨੂੰ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਭਾਈ ਕਨ੍ਹੱਈਏ ਨੇ ਉੱਤਰ ਦਿੱਤਾ, ਪਾਤਸ਼ਾਹ मैनू कोई होर ओपरा बंदा नहीं दिसदा। मैं तां हर थां आप नूं ही लेटिया होया वेखदा हाँ, इसलिए मैं तां पानी आप जी नूं ही पिलाउंदा हाँ। पातशाह मैनू तां आप ही जख्मियां दे रूप विच दिखाई देंदे हो। हर कोई तां भाई कन्हैया नहीं हो सकदा, पर भाई कन्हैये दी आत्मा हर सिख दे खून विच रची हुई है। चौधरी डल्ला ने गुरु जी को अपने शस्त्रां अते बहादुर सैनिकां बारे शेखी मारी ते इंज किया, आपने जंग समय मैनू क्यों ना हुक्म करके सद भेजिया? मेरे सैनिक बलकार योधे हन। गुरु जी ने उत्तर दिता, डल्ला तेरे सैनिक वीर योधे नहीं हन। कुछ दिन पिछों एक सिख तोड़ेदार बंदूक लैके आ गया। गुरु जी ने उस दे निशाने की परख करन लई डल्ले नूं एक सैनिक भेजण लई कहा। अपने सारे योधियां विचों डल्ला किसी नूं भी उस बंदूक दा निशाना बनन लई ना भेज सकिया। किन्ने शौक दी गल है कि वह इस उद्देश लई अपने आप नूं भी पेश ना कर सकिया। फिर गुरु जी ने अपने सिखां नूं कह भेजिया। दो सिख नठे नठे आए ते ਉਹ ਦੋਵੇਂ ਇੱਕ ਦੂਜੇ ਤੋਂ ਪਹਿਲਾਂ ਗੁਰੂ ਜੀ ਦਾ ਨਿਸ਼ਾਨਾ ਬਣ ਕੇ ਮੌਤ ਪ੍ਰਵਾਨ ਕਰਨ ਲਈ ਝਗੜਨ ਲੱਗੇ। ਗੁਰੂ ਜੀ ਨੇ ਉਹਨਾਂ ਨੂੰ ਇੱਕ ਦੂਜੇ ਦੇ ਪਿੱਛੇ ਹੋ ਕੇ ਖੜਨ ਲਈ ਕਿਹਾ। ਗੋਲੀ ਉਹਨਾਂ ਦੇ ਸਿਰ ਉੱਪਰੋਂ ਦੀ ਲੰਘ ਗਈ ਤੇ ਉਹਨਾਂ ਦੋਹਾਂ ਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਕਿਉਂ ਗੁਰੂ ਜੀ ਦੇ ਹੱਥੋਂ ਉਹਨਾਂ ਨੂੰ ਮੌਤ ਦੀ ਦਾਤ ਪ੍ਰਾਪਤ ਨਹੀਂ ਹੋ ਸਕੀ। ਕੇਵਲ ਗਰੀਬ ਹੋਣ ਨੂੰ ਹੀ ਗੁਰੂ ਜੀ ਆਤਮ ਸਮਰਪਣ ਪ੍ਰਵਾਨ ਨਹੀਂ ਕਰਦੇ। ਇਹ ਤਾਂ ਇੱਕ ਤਰ੍ਹਾਂ ਦੀ ਮਨੁੱਖੀ ਪ੍ਰਤਿਗਿਆ ਤਾਂ ਹੋ ਸਕਦੀ ਹੈ ਤੇ ਆਪਣੇ ਆਪ ਵਿੱਚ ਸ਼ੁਭ ਗੱਲ ਹੈ, ਪਰ ਦੂਜੇ ਬੰਨੇ ਇਹ ਇੱਕ ਅਗਿਆਨ ਦੇ ਅੰਧਕਾਰ ਵਿੱਚ ਕੀਤਾ ਗਿਆ ਕਰਮ ਹੀ ਹੁੰਦਾ ਹੈ, ਜਿਸ ਵਿੱਚ ਇਹ ਭਾਵਨਾ ਰਲੀ ਆਉਂਦੀ ਹੈ ਕਿ ਇਹ ਮੈਂ ਹੀ ਹਾਂ ਤੇ ਮੈਂ ਇਹ ਕੰਮ ਕੀਤਾ ਹੈ। ਅਮੀਰ ਹੋਣ ਨੂੰ ਵੀ ਗੁਰੂ ਜੀ ਕੇਵਲ ਇਸੇ ਕਾਰਨ ਕੋਈ ਬੁਰਾ ਜਾਂ ਅਪਰਾਧ ਕਰਮ ਨਹੀਂ ਮੰਨਦੇ ਕਿ ਉਸ ਨੂੰ ਕੇਵਲ ਅਮੀਰ ਹੋਣ ਕਰਕੇ ਹੀ ਗੁਨਾਹਗਾਰ ਗਰਦਾਨਿਆ ਜਾਵੇ। ਇਸ ਸੰਬੰਧ ਵਿੱਚ ਆਤਮਕ ਪਰਖ ਕਸਵੱਟੀ ਜਾਂ ਮਾਨਦੰਡ ਤਾਂ ਇਹ ਹੈ ਕਿ ਜਿਸ ਨੇ ਵੀ ਆਪਣੇ ਅਗਿਆਨ ਰੂਪੀ ਅਭਿਮਾਨ ਤੇ ਇਹ ਮੈਂ ਹਾਂ ਦੇ ਭਾਵ ਨੂੰ ਸੁੱਟ ਪਾਇਆ ਹੈ ਅਤੇ ਜਿਸ ਨੇ ਗੁਰੂ ਜੀ ਦੀ ਰਜ਼ਾ ਨੂੰ ਹੀ ਆਪਣੀ ਰਜ਼ਾ ਜਾਂ ਹੋਣੀ ਪ੍ਰਵਾਨ ਕਰ ਲਿਆ ਹੈ, ਉਹ ਹੀ ਇਸ ਉੱਤੇ ਪੂਰਾ ਤੁਲ ਸਕਦਾ ਹੈ। ਬੁੱਧੀ ਤੇ ਇੱਛਾ ਸ਼ਕਤੀ ਕੇਵਲ ਉਸ ਸਮੇਂ ਹੀ ਸਦਗੁਣ ਹੁੰਦੇ ਹਨ ਜਦੋਂ ਮਨੁੱਖ ਦੇ ਅੰਦਰਲਾ ਮਾਨਵ ਖੰਡ ਖੰਡ ਹੋ ਕੇ ਬਦਰੰਗ ਨਹੀਂ ਬਣ ਜਾਂਦਾ, ਅਰਥਾਤ ਉਸ ਦਾ ਅੰਦਰਲਾ ਮਾਨਵ ਸੁਰੱਖਿਅਤ ਰਹਿੰਦਾ ਹੈ। ਅਜਿਹੀ ਮਨੋ ਭਾਵਨਾ ਅਰਥਾਤ ਖਿੜੇ ਮੱਥੇ ਗੁਰੂ ਜੀ ਦੀ ਰਜ਼ਾ ਪ੍ਰਵਾਨ ਕਰਨ ਨਾਲ ਬੁੜੋਂ ਅਤੇ ਬਹੁਲਤਾ ਯਾਨੀ ਗਰੀਬੀ ਅਤੇ ਅਮੀਰੀ ਦੀ ਅਵਸਥਾ ਵਿੱਚ ਕੋਈ ਅੰਤਰ ਬਾਕੀ ਨਹੀਂ ਰਹਿੰਦਾ। ਗੁਰੂ ਜੀ ਦੀ ਅਜਿਹੀ ਰਜ਼ਾ ਨੂੰ ਪ੍ਰਵਾਨ ਕਰਨ ਲਈ ਅਸੀਂ ਸਰੀਰਕ ਤੇ ਮਾਨਸਿਕ ਰੂਪ ਵਿੱਚ ਗੁਰੂ ਦੀ ਰਜ਼ਾ ਦੇ ਵਾਹਨ ਮਾਤਰ ਹੀ ਹੁੰਦੇ ਹਾਂ ਅਤੇ ਅਜਿਹੀ ਅਵਸਥਾ ਵਿੱਚ ਅਮੀਰੀ ਤੇ ਗਰੀਬੀ ਦੋਵੇਂ ਹੀ ਇੱਕ ਸਮਾਨ ਹਨ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਉਹਨਾਂ ਸੌਦਾਗਰਾਂ ਦੇ ਘੋੜੇ ਤੇ ਉਹਨਾਂ ਦੇ ਦੌੜਨ ਦੀਆਂ ਟਾਪਾਂ ਸ਼ੁਭ ਹਨ ਜਿਨ੍ਹਾਂ ਦੀਆਂ ਕਾਠੀਆਂ ਉੱਤੇ ਸੌਦਾਗਰੀ ਦਾ ਮਾਲ ਅਸਬਾਬ ਲੱਦਿਆ ਹੋਇਆ ਹੁੰਦਾ ਹੈ। ਜੇ ਦੈਵੀ ਸਤਾ ਵੱਲ ਉਥਾਨ ਦੇ ਮੰਤਵ ਲਈ ਗਰੀਬੀ ਦੀ ਭਾਵਨਾ ਨੂੰ ਅਪਣਾਇਆ ਜਾਂਦਾ ਹੈ ਤਾਂ ਇਹ ਇੱਕ ਪ੍ਰਕਾਰ ਦੀ ਅਮੀਰੀ ਹੀ ਹੁੰਦੀ ਹੈ। ਅਜਿਹੇ ਸਮੇਂ ਗਰੀਬੜੇ
ਪ੍ਰਭੂ ਦੇ ਵਧੇਰੇ ਨੇੜੇ ਆਉਂਦੇ ਹਨ। ਪਰ ਜਦੋਂ ਕੋਈ ਜੇਤੂ ਲੋਕ ਅਤੇ ਉਹਨਾਂ ਦੀ ਸਰਕਾਰ ਅਜਿਹੇ ਸਰਕਾਰੀ ਤੰਤਰ ਨੂੰ ਸਥਾਪਿਤ ਕਰਕੇ ਗੁਲਾਮ ਪਰਜਾ ਉੱਤੇ ਜ਼ੁਲਮ ਕਰਦੀ ਹੈ ਤੇ ਸ਼ੋਸ਼ਣ ਦੁਆਰਾ ਉਹਨਾਂ ਨੂੰ ਕੰਗਾਲ ਕਰ ਦਿੰਦੀ ਹੈ, ਤਾਂ ਇਹ ਗਰੀਬੀ ਪਾਪ ਤੇ ਸਰਾਪ ਹੈ। ਉਸ ਸਮੇਂ ਇਹ ਤਿਰਕਾਰ ਹੋ ਨਿਬੜਦੀ ਹੈ, ਜ਼ੁਲਮੀ ਖੇਡ ਤੇ ਅਨੈਤਿਕ ਗੱਲ ਬਣ ਜਾਂਦੀ ਹੈ। ਕੁਝ ਸਿੱਖਾਂ ਨੂੰ ਟਾਲਸਟਾਏ ਦਾ ਮਤ ਗੁਰੂ ਨਾਨਕ ਦੇ ਦ੍ਰਿਸ਼ਟੀਕੋਣ ਦੇ ਬੜਾ ਨੇੜੇ ਜਾਪਦਾ ਹੈ। ਗੁਰੂ ਸਾਹਿਬ ਨੇ ਮਲਿਕ ਭਾਗੋ ਦੇ ਪਕਵਾਨਾਂ ਨੂੰ ਪ੍ਰਵਾਨ ਨਹੀਂ ਸੀ ਕੀਤਾ, ਕਿਉਂ ਜੋ ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਘੁੱਟਿਆ ਤਾਂ ਉਸ ਵਿੱਚੋਂ ਲਹੂ ਦੇ ਟੇਪੇ ਡਿੱਗੇ ਸਨ। ਆਪ ਨੇ ਭਾਈ ਲਾਲੋ ਦੀ ਰੋਟੀ ਨੂੰ ਸਵੀਕਾਰ ਕਰ ਲਿਆ, ਕਿਉਂ ਜੋ ਉਸ ਨੂੰ ਘੁੱਟਣ ਨਾਲ ਉਸ ਵਿੱਚੋਂ ਦੁੱਧ ਦੀਆਂ ਬੂੰਦਾਂ ਨਿਕਲੀਆਂ ਸਨ। ਭਾਈ ਲਾਲੋ ਤਰਖਾਣ ਸੀ ਤੇ ਮਲਕ ਭਾਗੋ ਕਰ ਉਗਰਾਹਣ ਵਾਲਾ ਅਹਿਲਕਾਰ। ਪਰ ਜਦੋਂ ਦੋਵੇਂ ਸਵਾਰਥੀ ਭਾਵਨਾ ਦਾ ਤਿਆਗ ਕਰਕੇ ਗੁਰੂ ਦੀ ਸੰਗਤ ਵਿੱਚ ਆ ਮਿਲੇ, ਤਾਂ ਫਿਰ ਇਸ ਪਿੱਛੋਂ ਗੁਰੂ ਜੀ ਨੇ ਦੋਹਾਂ ਵਿੱਚ ਕੋਈ ਵਖਰੇਵਾਂ ਨਹੀਂ ਸੀ ਕੀਤਾ। ਟਾਲਸਟਾਏ ਤਾਂ ਸਿੱਖਾਂ ਨਾਲੋਂ ਬ੍ਰਾਹਮਣਾਂ ਨਾਲ ਵਧੇਰੇ ਮੇਲ ਖਾਂਦਾ ਹੈ। ਉਸ ਦਾ ਵਿਸ਼ਵਾਸ ਇਸ ਗੱਲ ਵਿੱਚ ਸੀ ਕਿ ਮਨੁੱਖ ਨੂੰ ਪ੍ਰਤਿਗਿਆ ਤੇ ਮਾਨਸਿਕ ਇੱਛਾ ਸ਼ਕਤੀ ਦੀ ਦ੍ਰਿੜਤਾ ਦੁਆਰਾ ਤਿਆਗ ਕਰਨਾ ਚਾਹੀਦਾ ਹੈ। ਟਾਲਸਟਾਏ ਦੇ ਮਤ ਵਿੱਚ ਅਜਿਹਾ ਤਿਆਗ ਕੇਵਲ ਯਤਨਾਂ ਦੁਆਰਾ ਹੀ ਕੀਤਾ ਜਾ ਸਕਦਾ ਹੈ, ਪਰ ਇਸ ਦੇ ਸਿੱਟੇ ਵਜੋਂ ਵਿਪਰੀਤ ਪ੍ਰਤੀਕਰਮ ਉਤਪੰਨ ਹੁੰਦੇ ਹਨ। ਟਾਲਸਟਾਏ ਵਰਗੇ ਮਹਾਤਮਾ ਅਤੇ ਅਜਿਹੇ ਵਿਚਾਰਾਂ ਵਾਲੇ ਕੁਝ ਬ੍ਰਾਹਮਣਵਾਦੀ ਆਦਰਸ਼ਵਾਦੀ ਹੀ ਇਹ ਗੱਲ ਕਹਿਣ ਲੱਗੇ ਕਿ ਅਮੀਰੀ ਤੇ ਤਿਆਗ ਦੋਵੇਂ ਸਵੈ ਵਿਰੋਧੀ ਪਦ ਹਨ। ਜੇ ਮੈਨੂੰ ਆਤਮਾ ਦੀ ਸੁਤੰਤਰਤਾ ਦਾ ਬੋਧ ਹੈ, ਤਾਂ ਨਿਰਾਰਥਕ ਸਿਧਾਂਤਵਾਦੀਆਂ ਦੀ ਅਮੀਰੀ ਮੇਰੀ ਆਤਮਾ ਨੂੰ ਚਿੰਬੜ ਨਹੀਂ ਜਾਂਦੀ, ਨਾ ਹੀ ਤਦੋਂ ਗਰੀਬੀ ਮੇਰੀ ਆਤਮਾ ਨੂੰ ਵੱਢ ਖਾਂਦੀ ਹੈ। ਗਿਆਨ ਦੇ ਚਾਨਣ ਤੋਂ ਬਿਨਾਂ ਦੋਵੇਂ ਹੀ ਸਰਾਪ ਹਨ। ਫਿਰ ਦੁਹਰਾ ਦਈਏ, ਜੇ ਮੈਨੂੰ ਆਤਮਾ ਦੀ ਸੁਤੰਤਰਤਾ ਦਾ ਬੋਧ ਹੈ, ਤਾਂ ਨਿਰਾਰਥਕ ਸਿਧਾਂਤਵਾਦੀਆਂ ਦੀ ਅਮੀਰੀ ਮੇਰੀ ਆਤਮਾ ਨੂੰ ਚਿੰਬੜ ਨਹੀਂ ਜਾਂਦੀ, ਨਾ ਹੀ ਤਦੋਂ ਗਰੀਬੀ ਮੇਰੀ ਆਤਮਾ ਨੂੰ ਵੱਢ ਖਾਂਦੀ ਹੈ। ਗਿਆਨ ਦੇ ਚਾਨਣ ਤੋਂ ਬਿਨਾਂ ਦੋਵੇਂ ਹੀ ਸਰਾਪ ਹਨ। ਮਨੁੱਖ ਆਪਣੀ ਅੰਤਰੀਵ ਪ੍ਰਵਿਰਤੀ ਦੁਆਰਾ ਦਇਆ ਦੀ ਨਦਰ ਕਰਮ ਤੱਕ ਪਹੁੰਚਣ ਤੋਂ ਜੇ ਵਿਹੂਣਾ ਹੈ, ਤਾਂ ਉਸ ਦੀ ਗਰੀਬੀ ਵੀ ਬੇਲੋੜੀ ਗੱਲ ਬਣ ਜਾਂਦੀ ਹੈ। ਦਇਆ ਪੁੰਜ ਬਣ ਕੇ ਹੀ ਆਤਮਾ ਦਾ ਉਥਾਨ ਹੁੰਦਾ ਹੈ। ਵਾਸਤਵ ਵਿੱਚ ਉਹ ਜਦੋਂ ਗਰੀਬ ਹੁੰਦਾ ਹੈ, ਤਾਂ ਅਮੀਰ ਨਾਲੋਂ ਵੀ ਭੈੜਾ ਹੁੰਦਾ ਹੈ। ਉਸ ਤਿਆਗ ਦਾ ਕੀ ਲਾਭ ਹੋ ਸਕਦਾ ਹੈ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ, ਉੱਥੇ ਤੁਹਾਨੂੰ ਕ੍ਰੋਧ, ਲੋਭ, ਬੇਰਹਿਮੀ ਤੇ ਸਵਾਰਥ ਬਾਰੇ ਸਾਵਧਾਨ ਰਹਿਣਾ ਪੈਂਦਾ ਹੈ। ਪਰ ਜੇ ਤੁਸੀਂ ਇਹਨਾਂ ਤੋਂ ਨਿਰਲੇਪ ਹੋ ਗਏ ਹੋ, ਤਾਂ ਫਿਰ ਇਹ ਕੋਈ ਫਰਕ ਵਾਲੀ ਗੱਲ ਨਹੀਂ ਹੁੰਦੀ ਕਿ ਤੁਸੀਂ ਸੋਨੇ ਦੇ ਪਰਬਤਾਂ ਉੱਤੇ ਵਿਚਰਦੇ ਹੋ ਜਾਂ ਮਿੱਟੀ ਦੀ ਧੂੜ ਵਿੱਚ ਲੇਟੇ ਰਹਿੰਦੇ ਹੋ। ਇਹ ਤਾਂ ਤੁਹਾਡੀ ਆਤਮਾ ਦੇ ਜ਼ਰੂਰੀ ਭਾਗ ਨਹੀਂ ਹਨ। ਫਿਰ ਦੁਹਰਾ ਦਈਏ, ਉਸ ਤਿਆਗ ਦਾ ਵੀ ਕੀ ਲਾਭ ਹੋ ਸਕਦਾ ਹੈ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ, ਉੱਥੇ ਤੁਹਾਨੂੰ ਕ੍ਰੋਧ, ਲੋਭ, ਬੇਰਹਿਮੀ ਤੇ ਸਵਾਰਥ ਬਾਰੇ ਸਾਵਧਾਨ ਰਹਿਣਾ ਪੈਂਦਾ ਹੈ। ਪਰ ਜੇ ਤੁਸੀਂ ਇਹਨਾਂ ਤੋਂ ਨਿਰਲੇਪ ਹੋ ਗਏ ਹੋ, ਤਾਂ ਫਿਰ ਇਹ ਕੋਈ ਫਰਕ ਵਾਲੀ ਗੱਲ ਨਹੀਂ ਹੁੰਦੀ ਕਿ ਤੁਸੀਂ ਸੋਨੇ ਦੇ ਪਰਬਤਾਂ ਉੱਤੇ ਵਿਚਰਦੇ ਹੋ ਜਾਂ ਮਿੱਟੀ ਦੀ ਧੂੜ ਵਿੱਚ ਲੇਟੇ ਰਹਿੰਦੇ ਹੋ। ਇਹ ਤਾਂ ਤੁਹਾਡੀ ਆਤਮਾ ਦੇ ਜ਼ਰੂਰੀ ਭਾਗ ਨਹੀਂ ਹਨ। ਇਸ ਲਈ ਗੁਰੂ ਜੀ ਇਹਨਾਂ ਜੀਵਨ ਦੀਆਂ ਬਾਰਮੁਖੀ ਤੇ ਸਾਪੇਖਕ ਪਰਿਸਥਿਤੀਆਂ ਉੱਤੇ ਬਹੁਤਾ ਬਲ ਨਹੀਂ ਦਿੰਦੇ, ਜੋ ਬਹੁਤੀ ਵਾਰ ਅਪਰਿਵਰਤਨਸ਼ੀਲ ਹੁੰਦੀਆਂ ਹਨ। ਪਰ ਗੁਰੂ ਜੀ ਮਨੁੱਖ ਵਿਚਲੀ ਦਇਆ ਦੀ ਸ਼ਾਨ ਉੱਤੇ ਜ਼ੋਰ ਦਿੰਦੇ ਹਨ ਤੇ ਇਹ ਨਿਰਦੇਸ਼ ਦਿੰਦੇ ਹਨ ਕਿ ਅਜਿਹੀਆਂ ਵੱਧ ਤੋਂ ਵੱਧ ਅਨੁਕੂਲ ਪਰਿਸਥਿਤੀਆਂ ਪੈਦਾ ਕੀਤੀਆਂ ਜਾਣ, ਜਿਸ ਵਿੱਚ ਉਪਰੋਕਤ ਦਇਆ ਦੀ ਭਾਵਨਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਅੰਤਰੀਵ ਪ੍ਰਵਿਰਤੀ ਨੂੰ ਸਥਿਰ ਰੱਖਣ ਲਈ ਸਾਨੂੰ ਸ਼ਬਦ ਦੇ ਨਿਜ ਸਰੂਪ ਗੁਰੂ ਦੇ ਪ੍ਰੇਮ ਨੂੰ ਨਿਰੰਤਰ ਆਪਣੇ ਅੰਦਰ ਵਸਾਈ ਰੱਖਣਾ ਚਾਹੀਦਾ ਹੈ। ਇਹ ਉਹ ਕੇਂਦਰ ਬਿੰਦੂ ਹੈ ਜਿਸ ਤੋਂ ਇਹਨਾਂ ਕਰੁਣਾ ਦੇ ਭਾਵਾਂ ਦਾ ਦੂਰ ਦੂਰ ਤੱਕ ਵਿਸਤਾਰ ਹੁੰਦਾ ਹੈ ਅਤੇ ਇਸ ਦੇ ਦੁਆਲੇ ਹੀ ਉਹਨਾਂ ਵਿੱਚ ਵਾਰ-ਵਾਰ ਚਾਬੀ ਭਰੀ ਜਾਂਦੀ ਹੈ। ਫਿਰ ਦੁਹਰਾ ਦਈਏ,
ਇਸ ਲਈ ਗੁਰੂ ਜੀ ਇਹਨਾਂ ਜੀਵਨ ਦੀਆਂ ਬਾਰਮੁਖੀ ਤੇ ਸਾਪੇਖਕ ਪਰਿਸਥਿਤੀਆਂ ਉੱਤੇ ਬਹੁਤਾ ਬਲ ਨਹੀਂ ਦਿੰਦੇ, ਜੋ ਬਹੁਤੀ ਵਾਰ ਅਪਰਿਵਰਤਨਸ਼ੀਲ ਹੁੰਦੀਆਂ ਹਨ। ਪਰ ਗੁਰੂ ਜੀ ਮਨੁੱਖੀ ਵਿਚਲੀ ਦਇਆ ਦੀ ਸ਼ਾਨ ਉੱਤੇ ਜ਼ੋਰ ਦਿੰਦੇ ਹਨ ਤੇ ਇਹ ਨਿਰਦੇਸ਼ ਦਿੰਦੇ ਹਨ ਕਿ ਅਜਿਹੀਆਂ ਵੱਧ ਤੋਂ ਵੱਧ ਅਨੁਕੂਲ ਪਰਿਸਥਿਤੀਆਂ ਪੈਦਾ ਕੀਤੀਆਂ ਜਾਣ ਜਿਸ ਵਿੱਚ ਉਪਰੋਕਤ ਦਇਆ ਦੀ ਭਾਵਨਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਅੰਤਰੀਵ ਪ੍ਰਵਿਰਤੀ ਨੂੰ ਸਥਿਰ ਰੱਖਣ ਲਈ ਸਾਨੂੰ ਸ਼ਬਦ ਦੇ ਨਿਜ ਸਰੂਪ ਗੁਰੂ ਦੇ ਪ੍ਰੇਮ ਨੂੰ ਨਿਰੰਤਰ ਆਪਣੇ ਅੰਦਰ ਵਸਾਈ ਰੱਖਣਾ ਚਾਹੀਦਾ ਹੈ। ਇਹ ਉਹ ਕੇਂਦਰ ਬਿੰਦੂ ਹੈ ਜਿਸ ਤੋਂ ਇਹਨਾਂ ਕਰੁਣਾ ਦੇ ਭਾਵਾਂ ਦਾ ਦੂਰ ਦੂਰ ਤੱਕ ਪ੍ਰਸਾਰ ਹੁੰਦਾ ਹੈ ਅਤੇ ਇਸ ਦੇ ਦੁਆਲੇ ਹੀ ਉਹਨਾਂ ਵਿੱਚ ਵਾਰ-ਵਾਰ ਚਾਬੀ ਭਰੀ ਜਾਂਦੀ ਹੈ। ਇਹ ਵਿਸ਼ਵ ਵਿਆਪੀ ਹਮਦਰਦੀ ਯਾਨੀ ਕਰੁਣਾ ਭਾਵ ਦਾ ਪ੍ਰਸਾਰ ਇੱਕ ਸਚਿਆਰੇ ਪੁਰਸ਼ ਦਾ ਕੁਦਰਤੀ ਸਦਗੁਣ ਹੁੰਦਾ ਹੈ, ਜਿਵੇਂ ਕਿ ਛਾਂਦਾਰ ਬਿਰਛ ਦੀ ਛਾਂ ਦਾ ਸਦਗੁਣ ਠੰਡ ਵਰਤਾਉਣਾ ਹੁੰਦਾ ਹੈ। ਅੰਤਰੀਵ ਸਦਗੁਣਾਂ ਦੀ ਸੰਜਮ ਪੂਰਵਕ ਸੰਭਾਲ ਤੇ ਵਰਤੋਂ ਹੋਣੀ ਚਾਹੀਦੀ ਹੈ ਤੇ ਆਪਣੇ ਅੰਦਰੋਂ ਮੈਂ ਦੀ ਭਾਵਨਾ ਨੂੰ ਬਾਹਰ ਕੱਢਣਾ ਚਾਹੀਦਾ ਹੈ। ਜੇ ਮਨੁੱਖ ਨੇ ਹਾਲੀ ਇਸ ਮੈਂ ਨੂੰ ਪੂਰੀ ਤਰ੍ਹਾਂ ਨਿਸ਼ਕਾਸਿਤ ਨਹੀਂ ਕੀਤਾ ਤਾਂ ਉਹ ਹਾਲੀ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੋ ਸਕਿਆ ਹੈ। ਮਨੁੱਖ ਤਾਂ ਹਾਲੀ ਆਪਣੇ ਆਪੇ ਦਾ ਅਸ਼ੰਗ ਭਾਗ ਹੀ ਹੁੰਦੇ ਹਨ, ਕਿਉਂ ਜੋ ਉਹਨਾਂ ਨੇ ਹਾਲੀ ਆਪਣੇ ਮਨਸਾ ਤ੍ਰਿਸ਼ਨਾ ਤੇ ਮੈਂ ਮਮਤਾ ਨੂੰ ਵਸ ਵਿੱਚ ਨਹੀਂ ਕੀਤਾ ਹੁੰਦਾ ਤੇ ਉਹ ਵਧੇਰੇ ਕਰਕੇ ਮਨ ਦੀਆਂ ਭਟਕਣਾ ਪਿੱਛੇ ਹੀ ਲੱਗੇ ਫਿਰਦੇ ਹਨ। ਇੰਦਰੀਗਤ ਵਿਸ਼ੇ ਭੋਗਾਂ, ਕ੍ਰੋਧ, ਲੋਭ, ਲਾਲਸਾ, ਸੁਆਰਥੀ ਪੁਣੇ ਹੋਣ ਜਾਂ ਕਿੰਨੇ ਵੀ ਚੰਗੇ ਲੱਗਦੇ ਐਸ਼ਵਰਜਾਂ ਨਾਲ ਜੁੜੇ ਹੋਏ ਹੋਣ, ਮੂਲ ਰੂਪ ਵਿੱਚ ਮਨੁੱਖ ਦੀ ਮੈਂ ਮਮਤਾ ਨਾਲ ਹੀ ਸੰਬੰਧਿਤ ਹੁੰਦੇ ਹਨ। ਨਿਸ਼ਚੇ ਹੀ ਇਹ ਆਤਮਿਕ ਅਨੁਭਵਾਂ ਦੀ ਕੀਮਤ ਉੱਤੇ ਸਵਾਰਥੀ ਭਾਵਨਾ ਦੇ ਆਕਰਮਣ ਦਾ ਹੀ ਫਲ ਹੁੰਦੇ ਹਨ। ਇਸੇ ਲਈ ਗੁਰੂ ਜੀ ਇਸ ਵੱਲ ਸੰਕੇਤ ਕਰਦੇ ਹੋਏ ਇਹ ਕਥਨ ਕਰਦੇ ਹਨ ਕਿ ਵਿਸ਼ੇ ਭੋਗਾਂ ਦੀਆਂ ਇੰਦਰੀਗਤ ਵਾਸ਼ਨਾਵਾਂ ਦੇ ਪਿੱਛੇ ਸੂਰਾਂ ਵਾਂਗ ਜਾਣਾ ਤਾਂ ਬਹੁਤ ਹੀ ਅਸਥੂਲ ਗੱਲ ਹੁੰਦੀ ਹੈ, ਪਰ ਗੁਰੂ ਜੀ ਇਹ ਵੀ ਸਵੀਕਾਰ ਕਰਦੇ ਹਨ ਕਿ ਅਜਿਹੀ ਸੂਰਾਂ ਵਾਲੀ ਪ੍ਰਵਿਰਤੀ ਨੂੰ ਕੇਵਲ ਪ੍ਰਤੀਗਿਆਵਾਂ, ਮਾਨਸਿਕ ਸੰਕਲਪਾਂ ਤੇ ਆਤਮ ਸੰਜਮ ਦੁਆਰਾ ਸ਼ਾਂਤ ਨਹੀਂ ਕੀਤਾ ਜਾ ਸਕਦਾ। ਜੇ ਅਜਿਹਾ ਹੁੰਦਾ ਤਾਂ ਰਿਸ਼ੀ ਵਿਸ਼ਵਾਮਿੱਤਰ ਮੇਨਕਾ ਦੇ ਪਿੱਛੇ ਦੌੜਦਾ ਨਾ ਫਿਰਦਾ। ਜੇ ਅਜਿਹਾ ਹੁੰਦਾ ਤਾਂ ਉਸ ਵਰਗੇ ਮਾਨਸਿਕ ਸੰਜਮ ਵਾਲਾ ਦ੍ਰਿੜ ਵਿਅਕਤੀ ਉਸ ਯੁਵਤੀ ਨੂੰ ਬੇਸਬਰੀ ਨਾਲ ਆਪਣੀ ਵਾਸ਼ਨਾ ਪੂਰਤੀ ਲਈ ਆਪਣੀਆਂ ਬਾਹਾਂ ਵਿੱਚ ਨਾ ਘੁੱਟ ਲੈਂਦਾ, ਜਿਸ ਲਈ ਕਿ ਉਸਨੇ ਪਿੱਛੋਂ ਬੜਾ ਸ਼ਰਮਸਾਰ ਮਹਿਸੂਸ ਕੀਤਾ ਸੀ। ਫਿਰ ਦੁਹਰਾ ਦੇਈਏ, ਇਸੇ ਲਈ ਗੁਰੂ ਜੀ ਇਸ ਵੱਲ ਸੰਕੇਤ ਕਰਦੇ ਹੋਏ ਇਹ ਕਥਨ ਕਰਦੇ ਹਨ ਕਿ ਵਿਸ਼ੇ ਭੋਗਾਂ ਦੀਆਂ ਇੰਦਰੀਗਤ ਵਾਸ਼ਨਾਵਾਂ ਦੇ ਪਿੱਛੇ ਸੂਰਾਂ ਵਾਂਗ ਜਾਣਾ ਤਾਂ ਬਹੁਤ ਹੀ ਅਸਥੂਲ ਗੱਲ ਹੁੰਦੀ ਹੈ, ਪਰ ਗੁਰੂ ਜੀ ਇਹ ਵੀ ਸਵੀਕਾਰ ਕਰਦੇ ਹਨ ਕਿ ਅਜਿਹੀ ਸੂਰਾਂ ਵਾਲੀ ਪ੍ਰਵਿਰਤੀ ਨੂੰ ਕੇਵਲ ਪ੍ਰਤੀਗਿਆਵਾਂ, ਮਾਨਸਿਕ ਸੰਕਲਪਾਂ ਤੇ ਆਤਮ ਸੰਜਮ ਦੁਆਰਾ ਸ਼ਾਂਤ ਨਹੀਂ ਕੀਤਾ ਜਾ ਸਕਦਾ। ਜੇ ਅਜਿਹਾ ਹੁੰਦਾ ਤਾਂ ਰਿਸ਼ੀ ਵਿਸ਼ਵਾਮਿੱਤਰ ਮੇਨਕਾ ਦੇ ਪਿੱਛੇ ਦੌੜਦਾ ਨਾ ਫਿਰਦਾ। ਜੇ ਅਜਿਹਾ ਹੁੰਦਾ ਤਾਂ ਉਸ ਵਰਗੇ ਮਾਨਸਿਕ ਸੰਜਮ ਵਾਲਾ ਦ੍ਰਿੜ ਵਿਅਕਤੀ ਉਸ ਯੁਵਤੀ ਨੂੰ ਬੇਸਬਰੀ ਨਾਲ ਆਪਣੀ ਵਾਸ਼ਨਾ ਪੂਰਤੀ ਲਈ ਆਪਣੀਆਂ ਬਾਹਾਂ ਵਿੱਚ ਨਾ ਘੁੱਟ ਲੈਂਦਾ, ਜਿਸ ਲਈ ਕਿ ਉਸਨੇ ਪਿੱਛੋਂ ਬੜਾ ਸ਼ਰਮਸਾਰ ਮਹਿਸੂਸ ਕੀਤਾ ਸੀ। ਹਾਲ ਹੀ ਮਨੁੱਖ ਨੇ ਆਪਣੀ ਮਿੱਠੀ, ਰਸਕ, ਸੁਗੜ, ਸੁੰਦਰ ਤੇ ਪ੍ਰੋੜ ਮਾਨਤਾਵਾਂ ਨੂੰ ਪ੍ਰਾਪਤ ਨਹੀਂ ਕੀਤਾ। ਹਾਲ ਹੀ ਵੀ ਉਹ ਪਸ਼ੂਆਂ ਵਾਲੀ ਹੱਡ ਚੰਮਦੀਆਂ ਖੁਸ਼ੀਆਂ ਦੇ ਮਗਰ ਫਿਰਨ ਲਈ ਬੇਵਸ ਹੈ। ਇਹਨਾਂ ਸਭ ਸਰੀਰਕ ਤੇ ਇੰਦਰੀਗਤ ਖੁਸ਼ੀਆਂ ਨੂੰ ਉਹ ਇਸਤਰੀ ਦੇ ਸਰੀਰ ਵਿੱਚੋਂ ਭਾਲਦਾ ਹੈ ਤੇ ਉਸ ਨੂੰ ਆਪਣੀ ਆਤਮਾ ਦੀ ਪਿਆਰੀ ਸੁੰਦਰਤਾ ਦਾ ਬੋਧ ਨਹੀਂ ਹੈ। ਹਾਲੀ ਉਹ ਲੋਕ ਆਤਮਾ ਦੇ ਧਰਮ ਤੋਂ ਕਿੰਨੇ ਦੂਰ ਹਨ, ਜਿਹੜੇ ਆਪਣੇ ਆਪ ਵਿੱਚ ਮਸਤ ਹੋ ਕੇ ਸਰੀਰਕ ਭੋਗਾਂ ਵਿੱਚੋਂ ਹੀ ਖੁਸ਼ੀ ਲੱਭ ਰਹੇ ਹਨ। ਹਾਂਜੀ, ਫਿਰ ਦੁਹਰਾ ਦੇਈਏ, ਹਾਲੀ ਮਨੁੱਖ ਨੇ ਆਪਣੀ ਮਿੱਠੀ, ਰਸਕ, ਸੁਗੜ, ਸੁੰਦਰ ਤੇ ਪ੍ਰੋੜ ਮਾਨਤਾਵਾਂ ਨੂੰ ਪ੍ਰਾਪਤ ਨਹੀਂ ਕੀਤਾ। ਹਾਲੀ ਵੀ ਉਹ ਪਸ਼ੂਆਂ ਵਾਲੀਆਂ ਹੱਡ ਚੰਮਦੀਆਂ ਖੁਸ਼ੀਆਂ ਦੇ ਮਗਰ ਫਿਰਨ ਲਈ ਬੇਵਸ ਹੈ। ਇਹਨਾਂ ਸਭ ਸਰੀਰਕ ਤੇ ਇੰਦਰੀਗਤ ਖੁਸ਼ੀਆਂ ਨੂੰ ਉਹ ਇਸਤਰੀ ਦੇ ਸਰੀਰ ਵਿੱਚੋਂ ਭਾਲਦਾ ਹੈ
ਤੇ ਉਸ ਨੂੰ ਆਪਣੀ ਆਤਮਾ ਦੀ ਪਿਆਰੀ ਸੁੰਦਰਤਾ ਦਾ ਬੋਧ ਨਹੀਂ ਹੈ। ਹਾਲੀ ਵੀ ਉਹ ਲੋਕ ਆਤਮਾ ਦੇ ਧਰਮ ਤੋਂ ਕਿੰਨੇ ਦੂਰ ਹਨ, ਜਿਹੜੇ ਆਪਣੇ ਆਪੇ ਵਿੱਚ ਮਸਤ ਹੋ ਕੇ ਸਰੀਰਕ ਭੋਗਾਂ ਵਿੱਚੋਂ ਹੀ ਖੁਸ਼ੀ ਲੱਭ ਰਹੇ ਹਨ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।